ਹੈਲੋ ਸਟੂਡੈਂਟਸ, ਅੱਜ ਆਪਣਾ ਤੀਸਰਾ ਲੈਕਚਰ ਹੈ ਜੀ ਤੁਹਾਡੇ ਕੋਲ ਸਟ੍ਰੇਟ ਲਾਈਨ ਦੇ ਉੱਤੇ। ਹਾਲੇ ਤੱਕ ਤੁਸੀਂ ਕੀ ਸਿੱਖਿਆ? ਹਾਲੇ ਤੱਕ ਤੁਸੀਂ ਸਿੱਖ ਗਏ ਤੁਹਾਨੂੰ ਸਲੋਪ ਕੀ ਕਹਿੰਦੇ ਨੇ। ਸਲੋਪ ਕੀ ਹੁੰਦੀ ਹੈ? ਠੀਕ ਹੈ, ਟੈਂਜੈਂਟ ਆਫ ਦਾ ਐਂਗਲ ਵਿਚ ਦਾ ਗਿਵਨ ਲਾਈਨ ਮੇਕਸ ਵਿਦ ਪੋਜ਼ਿਟਿਵ ਡਾਇਰੈਕਸ਼ਨ ਆਫ ਐਕਸ ਐਕਸਿਸ। ਫਿਰ ਤੁਸੀਂ ਸਲੋਪ ਦੀ ਫਾਰਮਸ ਵੀ ਪੜ੍ਹ ਲਈਆਂ ਤੁਹਾਡੇ ਕੋਲ। ਠੀਕ ਹੈ ਜੀ, ਬਈ y2 ਮਾਈਨਸ y1 ਅਤੇ x2 ਮਾਈਨਸ x1 ਨਾਲ ਵੀ ਨਿਕਲ ਜਾਂਦੀ ਹੈ ਡਿਵਾਈਡ ਕਰੇ, ਅਤੇ ਫਿਰ ਆਪਾਂ ਉਸ ਨੂੰ ਐਕਸਪ੍ਰੈਸ਼ਨ 'ਚੋਂ ਵੀ ਦੇਖ ਲਿਆ। ਫਿਰ ਆਪਾਂ ਨੇ ਕੰਡੀਸ਼ਨ ਆਫ ਪੈਰਲਲਿਜ਼ਮ ਪੜ੍ਹ ਲਈ ਕਿ ਦੋ ਲਾਈਨਾਂ ਪੈਰਲਲ ਕਦੋਂ ਹੁੰਦੀਆਂ ਨੇ, ਜਦੋਂ ਉਹਨਾਂ ਦੀ ਸਲੋਪ ਬਰਾਬਰ ਹੁੰਦੀ ਹੈ। ਫਿਰ ਆਪਾਂ ਨੇ ਕੰਡੀਸ਼ਨ ਆਫ ਜਿਹੜੀ ਪਰਪੈਂਡੀਕੂਲਰ ਵੀ ਪੜ੍ਹ ਲਈ ਤੁਹਾਡੇ ਪਾਸ, ਕਿ m1 m2 ਦਾ ਜਿਹੜਾ ਹੈਗਾ ਤੁਹਾਡੇ ਕੋਲ ਪ੍ਰੋਡਕਟ ਹੈਗੀ ਹੈ ਉਹ -1 ਹੋਣੀ ਚਾਹੀਦੀ ਹੈ। ਸੋ ਕੁਝ ਕੁਐਸਚਨ ਦੇਖਦੇ ਹਾਂ ਅਤੇ ਇੱਕ ਨਵਾਂ ਕੰਸੈਪਟ ਇਸ ਵਿੱਚ ਸਿੱਖਾਂਗੇ। ਕੁਐਸਚਨ ਕੀ ਹੈ? ਇਫ ਦਾ ਐਂਗਲ ਬਿਟਵੀਨ ਲਾਈਨਸ ਇਜ਼ π/4, ਸਲੋਪ ਆਫ ਵਨ ਲਾਈਨ ਇਜ਼ 1/2, ਫਾਈਂਡ ਦਾ ਸਲੋਪ ਆਫ ਅਦਰ ਲਾਈਨ। ਠੀਕ ਹੈ ਜੀ, ਸੋ ਵਨ ਲਾਈਨ ਦੀ ਸਲੋਪ ਦਿੱਤੀ ਹੋਈ ਹੈ, ਉਹਨੂੰ ਅਸੀਂ 1/2 ਕਹਿ ਲਈਏ। ਅਦਰ ਲਾਈਨ ਦੀ ਸਲੋਪ ਨੂੰ ਅਸੀਂ m ਕਹਿ ਲਈਏ, ਅਤੇ ਥੀਟਾ ਸਾਨੂੰ π/4 ਦਿੱਤਾ ਹੋਇਆ। ਤਾਂ ਤੁਸੀਂ ਟੈਨ ਥੀਟੇ ਦਾ ਫਾਰਮੂਲਾ ਲਾਉਣਾ ਜੀ। ਟੈਨ ਥੀਟੇ ਦਾ ਫਾਰਮੂਲਾ ਜਿਹੜਾ ਤੁਸੀਂ ਲਾਉਣਾ ਹੈਗਾ ਹੈ, ਤੁਸੀਂ ਕਿਉਂਕਿ π/4 ਹੈ ਤਾਂ ਤੁਸੀਂ ਮੋਡ ਵਾਲਾ ਲਾ ਲਓ ਜੀ। m2 ਮਾਈਨਸ m1 ਨੀਚੇ 1 ਪਲੱਸ m1 m2, ਔਰ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੋਡ ਲਾ ਲੈਣਾ ਜਦੋਂ ਅਕਿਊਟ ਐਂਗਲ ਹੋਊਗਾ। ਠੀਕ ਹੈ, ਸੋ ਤੁਸੀਂ ਇਹਨੂੰ ਟੈਂਜੈਂਟ π/4 ਲਿਖ ਦੇਣਾ। ਇੱਥੇ m2 ਉਹਦੀ ਥਾਂ 'ਤੇ m ਹੈ, ਉੱਥੇ 1 ਹੈ। ਇਹ ਜ਼ਰੂਰ ਮੋਡ ਲਿਖਣਾ, ਕਿਉਂਕਿ ਮੋਡ ਨਾਲ ਨਾ ਪਲੱਸ ਮਾਈਨਸ ਦਾ ਫਰਕ ਪੈ ਜਾਣਾ। ਤੁਹਾਡੇ ਦੋ ਆਨਸਰ ਆਉਣੇ ਹੋਣਗੇ, ਅਤੇ ਜੇ ਬਾਈ ਚਾਂਸ ਤੁਹਾਨੂੰ ਇੱਕ ਕਰਾਇਆ ਜਾਂਦਾ ਤਾਂ ਓਕੇ, ਅਦਰਵਾਈਜ਼ ਮੈਥਡ ਮੋਡ ਲਿਖ ਕੇ ਹੀ ਹੈ। ਤਾਂ 1 ਪਲੱਸ m1 m2, ਸੋ m1 m2 ਹੋ ਜਾਊਗਾ। ਠੀਕ ਹੈ ਜੀ, ਸੋ ਇਹ ਹੋ ਜਾਊਗਾ, ਇੱਥੇ ਇਹਦੇ ਮੋਡ ਹੈ, ਸੋ ਇਹ 1 ਹੋ ਗਿਆ ਨਾ, ਅਤੇ ਮੋਡ ਹੋ ਗਿਆ ਤੁਹਾਡੇ ਕੋਲ 2m ਮਾਈਨਸ 1 ਡਿਵਾਈਡਡ ਬਾਈ 2। ਠੀਕ ਹੈ, 2 ਪਲੱਸ m ਡਿਵਾਈਡਡ ਬਾਈ 2। ਤਾਂ ਅਗਰ ਤੁਸੀਂ ਮੋਡ ਹਟਾਉਣਾ ਹੋਵੇ ਤਾਂ ਤੁਹਾਨੂੰ ਫਾਰਮੂਲਾ ਲੀਨੀਅਰ ਇਨਇਕੁਐਲਿਟੀਜ਼ ਪੜ੍ਹਾਇਆ ਸੀਗਾ, ਅਤੇ ਇਹਦਾ ਮਤਲਬ ਹਟਾ ਦੋ। ਹਟਾਓਗੇ ਤਾਂ ਕੀ ਕਰੋਗੇ? 2m ਮਾਈਨਸ 1 m ਪਲੱਸ 2, ਇੱਕ ਵਾਰ ਇਹ 1 ਦੇ ਬਰਾਬਰ ਹੈ। 2m ਮਾਈਨਸ 1 m ਪਲੱਸ 2, ਇੱਕ ਵਾਰ ਇਹ -1 ਦੇ ਬਰਾਬਰ ਹੈ। ਸੋ ਇੰਨਾ ਕੁ ਅਸੀਂ ਆਰਾਮ ਨਾਲ ਕਰ ਲਿਆ ਜੀ। ਸੋ ਜੇ ਇਹ ਚੀਜ਼ ਕਰ ਲਈ ਤਾਂ ਇੱਥੋਂ ਆਪਾਂ ਵੈਲਿਊ ਵੀ ਆਰਾਮ ਨਾਲ ਨਿਕਾਲ ਸਕਦੇ ਹਾਂ। ਕਿੱਦਾਂ ਨਿਕਾਲਾਂਗੇ ਜੀ? ਸੋ 2m ਮਾਈਨਸ 1 ਬਰਾਬਰ ਹੈ m ਪਲੱਸ 2, ਸੋ ਇਸ ਨੂੰ ਇੱਧਰ ਲਿਆਓ, m ਆ ਜਾਏਗਾ, ਇੱਥੇ 3 ਆ ਜਾਏਗਾ, ਸੋ m ਦੀ ਵੈਲਿਊ 3 ਆ ਗਈ। ਇਹ ਆ ਗਿਆ 2m ਮਾਈਨਸ 1 ਬਰਾਬਰ ਹੈ ਮਾਈਨਸ m ਮਾਈਨਸ 2, ਇੱਧਰ 3m ਆ ਗਿਆ, ਉੱਧਰ -1, m ਦੀ ਵੈਲਿਊ -1/3। ਸੋ ਦੋ ਪੋਸੀਬਿਲਿਟੀਜ਼ ਆਉਣਗੀਆਂ ਜੀ। ਕੁਐਸਚਨ ਤੁਹਾਡਾ ਫਿਨਿਸ਼ ਹੋ ਗਿਆ। ਕਿਆ ਨੌਲੇਜ ਚਾਹੀਦੀ ਸੀ ਕਿ ਅਕਿਊਟ ਐਂਗਲ ਸੀ, ਮੋਡ ਲੈ ਕੇ ਚੱਲ ਪਓ ਆਪਣਾ ਤੁਹਾਡੇ ਕੋਲ, ਅਤੇ ਤੁਸੀਂ ਪੋਸੀਬਿਲਿਟੀਜ਼ ਬਣਾ ਦਿਓ ਤੁਹਾਡੇ ਕੋਲ। ਠੀਕ ਹੈ ਜੀ, ਸੋ ਮੇਰਾ ਖਿਆਲ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਦੋ ਹੀ ਆਨਸਰ ਨੇ ਸਲੋਪ ਦੇ, ਤੁਹਾਡੇ ਦੋ ਆਨਸਰ ਆ ਗਏ ਤੁਹਾਡੇ ਕੋਲ। ਸੋ ਜੇ ਅਗਲਾ ਕੁਐਸਚਨ ਗੱਲ ਕਰੀਏ ਤੁਹਾਡੇ ਕੋਲ, ਕੁਐਸਚਨ ਹੈ, ਕਹਿੰਦਾ ਕਿ ਇਫ ਦਾ ਪੁਆਇੰਟ 3 ਪੁਆਇੰਟ ਦਿੱਤੇ ਲਾਈ ਔਨ ਏ ਲਾਈਨ। ਸੋ ਬੜੀ ਸੌਖੀ ਜੀ ਗੱਲ ਹੈ। ਪੁਆਇੰਟ ਪਹਿਲਾ ਜਿਹਦਾ ਨਾਮ ਉਹਨੇ P ਰੱਖਿਆ H, K, ਲਾਈਨ ਦੀ ਤਾਂ ਇਨਫਾਈਨਾਈਟ ਲੈਂਥ ਹੁੰਦੀ ਹੈ। ਦੂਜਾ Q, ਉਹ ਆ ਗਿਆ x1 y1। ਠੀਕ ਹੈ, ਤੀਜਾ R, ਉਹਦਾ ਫਾਰਮੂਲਾ ਹੋ ਗਿਆ x2 y2। ਆਲ ਦਾ 3 ਪੁਆਇੰਟ ਲਾਈ ਔਨ ਏ ਲਾਈਨ ਐਂਡ ਸ਼ੋ ਦੈਟ। ਠੀਕ ਹੈ, ਤੁਸੀਂ ਸ਼ੋ ਕਰਨਾ ਜੇ ਲਾਈ ਔਨ ਏ ਲਾਈਨ ਹੈ, ਇਹਦਾ ਮਤਲਬ ਤੁਸੀਂ ਆਰਾਮ ਨਾਲ ਕਹਿ ਸਕਦੇ ਹੋ ਸਲੋਪ ਆਫ PQ ਬਰਾਬਰ ਹੈ QR। ਸਲੋਪ ਆਫ, ਆਰਾਮ ਨਾਲ ਕਹਿ ਸਕਦੇ ਹੋ ਤਾਂ PQ ਦੀ ਸਲੋਪ ਆਈ y1 ਮਾਈਨਸ K, ਕਿਉਂਕਿ y2 ਮਾਈਨਸ y1 ਹੁੰਦਾ, y2 ਆ y1, ਸੋ y1 ਮਾਈਨਸ K, ਨੀਚੇ x2 ਮਾਈਨਸ 1, x1 ਮਾਈਨਸ H। ਠੀਕ ਹੈ, ਉਸ ਤੋਂ ਬਾਅਦ QR ਦੀ y2 ਮਾਈਨਸ y1। ਅਗਰ ਇਹ ਚੀਜ਼ਾਂ ਨਾ ਅਪੀਅਰ ਹੋਣ ਤਾਂ PR ਦੀ ਸਲੋਪ ਵੀ ਯੂਜ਼ ਕਰ ਸਕਦੇ ਹੋ, ਉਹ ਦੇਖਿਆ ਜਾਊਗਾ। y2 ਮਾਈਨਸ y1, x2 ਮਾਈਨਸ x1। ਸੋ ਇਹ ਆ ਗਿਆ, क्या हैगा x2 माइनस x1 y2 माइनस, बस ठीक है क्वेश्चन। तो y1 माइनस के इनू मल्टीप्लाई हो गया, सो y2 माइनस y1 मल्टीप्लाई हो गया। ਹੁਣ ਜੇ ਤੁਸੀਂ ਦੇਖੋ x2 ਮਾਈਨਸ x1 ਹੈਗਾ, ਇੱਥੇ k ਮਾਈਨਸ ਹੈ, ਇਹ ਤੋਂ ਨੈਗੇਟਿਵ ਕਾਮਨ ਕੱਢ ਲੈਂਦੇ ਹਾਂ, ਜਾਂ ਨੈਗੇਟਿਵ ਨਾਲ ਗੁਣਾ ਕਰ ਦਿੰਦੇ ਹਾਂ, ਉੱਥੇ ਵੀ h ਮਾਈਨਸ ਹੈ, ਸੋ ਇੱਕ ਨੈਗੇਟਿਵ ਕਾਮਨ ਕੱਢਣਾ ਜੀ ਤੁਹਾਡਾ, ਬਾਕੀ ਸਾਰਾ ਜਿਹੜਾ ਹੈਗਾ ਸੋ ਇਹ ਤੁਹਾਡਾ ਕੁਐਸਚਨ ਦਾ ਆਨਸਰ ਆ ਗਿਆ ਜੀ। ਅਤੇ ਬਾਈ ਚਾਂਸ ਤੁਹਾਨੂੰ ਲੱਗੇ ਕਿ ਮੇਰਾ ਨਹੀਂ ਬਣ ਰਿਹਾ, ਦੈਨ ਤੁਸੀਂ ਸਲੋਪ ਆਫ PQ ਇਕੁਅਲ ਟੂ ਸਲੋਪ ਆਫ PR ਵੀ ਕਰ ਸਕਦੇ ਹੋ। ਠੀਕ ਹੈ ਜੀ,
ਸੋ ਕਿਊ ਆਰ ਦੀ ਵੀ ਪੀ ਆਰ ਦੇ ਬਰਾਬਰ ਕਰ ਸਕਦੇ ਹੋ। ਵੈਸੇ ਆ ਜਾਂਦਾ ਹੁੰਦੇ, ਕੋਈ ਏਡੇ ਰੋਲੇ ਵਾਲੀ ਗੱਲਬਾਤ ਹੈ ਨਹੀਂ। ਠੀਕ ਹੈ, ਸੋ ਆਪਾਂ ਨੂੰ ਅੱਗੇ ਜਿਹੜਾ ਹੈਗਾ ਤੁਹਾਡੇ ਕੁਛ ਕੁਐਸਚਨ ਕਹਿੰਦਾ ਕਿ ਸਲੋਪ ਇੰਟਰਸੈਪਟ ਕੰਸੈਪਟ। ਠੀਕ ਹੈ ਨਾ, ਮਤਲਬ ਪਹਿਲਾਂ ਤਾਂ ਆਪਾਂ ਇੰਟਰਸੈਪਟ ਦੀ ਗੱਲ ਕਰੀਏ, ਸਲੋਪ ਇੰਟਰਸੈਪਟ ਤਾਂ ਬਾਅਦ ਦੇ ਵਿੱਚ ਆਏਗਾ ਕਿ ਇੰਟਰਸੈਪਟ ਆਪਾਂ ਕਿਸ ਨੂੰ ਕਹਿੰਦੇ ਹਾਂ ਤੁਹਾਡੇ ਕੋਲ। ਠੀਕ ਹੈ, ਸਪੋਜ਼ ਮੈਂ ਆ ਇੱਕ ਲਾਈਨ ਲੈ ਲਈ, ਇਹ ਮੇਰੀ ਐਕਸ ਐਕਸਿਸ ਹੋ ਗਈ, ਇਹ ਮੇਰੀ ਵਾਈ ਐਕਸਿਸ ਹੋ ਗਈ। ਸਪੋਜ਼ ਇਹ ਲਾਈਨ ਨੇ ਐ ਕੱਟਿਆ, ਆ ਜਿਹੜੀ ਦੂਰੀ ਐਕਸ ਐਕਸਿਸ ਤੇ ਕੱਟੀ ਹੈ, ਠੀਕ ਹੈ, ਇਸ ਨੂੰ ਕਹਿੰਦੇ ਆਪਾਂ ਐਕਸ ਇੰਟਰਸੈਪਟ, ਔਰ ਇਹਨੂੰ ਅਸੀਂ ਕਹਿੰਦੇ ਹਾਂ ਵਾਈ ਇੰਟਰਸੈਪਟ। ਠੀਕ ਹੈ ਜੀ, ਸੋ ਤੁਹਾਨੂੰ ਐਕਸ ਇੰਟਰਸੈਪਟ ਵੀ ਪਤਾ ਲੱਗ ਗਿਆ, ਵਾਈ ਇੰਟਰਸੈਪਟ ਵੀ। ਕਿਆ ਇਹ ਆਲਵੇਜ਼ ਐਵੇਂ ਹੋ ਕੇ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਕੋਲ, ਕੁਛ ਐਵੇਂ ਤਾਂ ਹੋ ਸਕਦਾ ਸੀ ਜੇ ਲਾਈਨ ਮੈਂ ਸਿਰਫ ਐ ਮਾਰਾਂ ਡਰਾ ਕਰਾਂ ਤਾਂ ਆਹ ਵਾਲੀ ਚੀਜ਼ ਐਕਸ ਇੰਟਰਸੈਪਟ ਹੋ ਜੂਗੀ, ਵਾਈ ਸੌਰੀ ਆ ਤਾਂ ਇਹ ਹੈ, ਇਹਦੀ ਵੈਲਿਊ ਡੈਫੀਨੇਟਲੀ ਨੈਗੇਟਿਵ ਹੋਊਗੀ। ਆਹ ਤੁਹਾਡਾ ਬੀ ਆ ਗਿਆ, ਕਿਤੇ ਕਿਤੇ ਜਾ ਕੇ ਇਹਨੂੰ ਸੀ ਕਵਾਂਗੇ ਕਿਉਂਕਿ ਐਕਸਪ੍ਰੈਸ਼ਨ ਸੀ 'ਚ ਹੁੰਦੇ ਨੇ। ਤਾਂ ਇਹ ਪੋਜ਼ੀਟਿਵ ਆ ਗਿਆ, ਇਹ ਡੈਫੀਨੇਟਲੀ ਨੈਗੇਟਿਵ ਹੋਏਗਾ। ਇੰਟਰਸੈਪਟ ਤਾਂ ਇਹ ਵੀ ਹੈਗਾ ਤੁਹਾਡੇ ਕੋਲ, ਕੋਈ ਰੋਲੇ ਵਾਲੀ ਗੱਲਬਾਤ ਹੈ ਨਹੀਂ ਕਿ ਵੀ ਇੰਟਰਸੈਪਟ ਨਹੀਂ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹ ਚੀਜ਼ ਦਾ ਆਪਾਂ ਨੇ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ। ਹੁਣ ਅਗਰ ਮੈਂ ਦੇਖਾਂ ਤੁਹਾਡੇ ਪਾਸ, ਮਤਲਬ ਅਗਰ ਮੈਂ ਇਕੁਏਸ਼ਨ ਆਫ ਐਕਸ ਐਕਸਿਸ ਦੇਖਾਂ, ਮਤਲਬ ਆ ਆਪਾਂ ਲਈਏ, ਆ ਐਕਸ ਐਕਸਿਸ ਹੈ, ਆ ਵਾਈ ਐਕਸਿਸ ਹੈ। ਤਾਂ ਇਕੁਏਸ਼ਨ ਆਫ ਐਕਸ ਐਕਸਿਸ, ਅਜੇ ਇਕੁਏਸ਼ਨ ਕੱਢਣੀ ਨਹੀਂ ਸਿੱਖੀ, ਪਰ ਆਪਾਂ ਨੂੰ ਇਹ ਪਤਾ ਕਿਉਂਕਿ ਆਪਾਂ ਨੇ ਜਿਹੜਾ ਹੈਗਾ ਪਿਛਲੀ ਕਲਾਸ ਵਿੱਚ ਫਾਰਮੂਲੇ ਤਾਂ ਪੜ੍ਹੇ ਹੋਏ ਨੇ ਨਾ 10ਵੀਂ 'ਚ। ਐਕਸ ਐਕਸਿਸ 'ਤੇ ਹਮੇਸ਼ਾ ਵਾਈ 0 ਹੁੰਦਾ, ਤਾਂ ਵਾਈ ਇਜ਼ ਇਕੁਅਲ ਟੂ 0, ਇਹਦੀ ਇਕੁਏਸ਼ਨ ਆ ਜਾਊਗੀ। ਵਾਈ ਐਕਸਿਸ 'ਤੇ ਐਕਸ 0 ਹੁੰਦਾ ਤਾਂ ਵਾਈ ਐਕਸ ਇਕੁਅਲ ਟੂ ਐਕਸ 0। ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਸੀਂ ਇਕੁਏਸ਼ਨ ਨਿਕਾਲਣੀ ਹੋਵੇ ਤਾਂ y ਇਜ਼ ਇਕੁਅਲ ਟੂ 0 ਐਕਸ ਐਕਸਿਸ ਦੀ ਇਕੁਏਸ਼ਨ ਹੈ, ਅਤੇ ਜਿਹੜਾ x ਇਕੁਅਲ ਟੂ 0, ਖਿਆਲ ਰੱਖੋ x ਐਕਸਿਸ ਹੈ ਪਰ y ਹੈ, y ਐਕਸਿਸ ਹੈ ਪਰ x ਹੈ, ਔਰ ਇਸ ਕੰਸੈਪਟ ਨੂੰ ਮੈਂ ਅੱਗੇ ਲੈ ਕੇ ਜਾਣਾ ਹੈਗਾ। ਠੀਕ ਹੈ, ਤਾਂ ਅਗਰ ਤੁਸੀਂ ਸਪੋਜ਼ ਆ ਲੈ ਇੰਟਰਸੈਪਟ ਵੀ ਕਰਦੇ ਹਾਂ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ, ਉਹ ਵੀ ਨਾਲ ਹੀ ਚੱਲ ਪੈਣਾ। ਅਤੇ y ਇਜ਼ ਇਕੁਅਲ ਟੂ 0 ਹੈ ਨਾ, ਤਾਂ ਤੁਸੀਂ ਇੱਕ ਆਹ ਲਾਈਨ ਡਰਾ ਕਰਤੀ। ਠੀਕ ਹੈ, ਇਸ ਲਾਈਨ ਕੋਲ ਹਾਈਟ ਹੈ, ਮੰਨ ਲਓ ਇਹ h ਹਾਈਟ ਹੈ, ਤਾਂ ਇਹਦਾ ਨਾ y ਦੇ ਬਰਾਬਰ ਹੀ ਚੱਲਣਾ, ਇਹਦੇ ਪੈਰਲਲ ਹੈ, ਇਹਦੇ ਪੈਰਲਲ ਹੈ, ਤਾਂ ਬਸ y ਇਜ਼ ਇਕੁਅਲ ਟੂ ਹਾਈਟ ਹੋ ਜਾਣਾ, ਹੋਣਾ y ਇਜ਼ ਇਕੁਅਲ ਟੂ ਇਹ। ਮੰਨ ਲਓ ਤੁਸੀਂ ਥੱਲੇ ਬਣਾ ਦਿਓ, ਇਹਦੇ ਕੋਲ ਹਾਈਟ ਨੈਗੇਟਿਵ 'ਚ ਹੈ, ਤਾਂ ਇਹਦੀ ਇਕੁਏਸ਼ਨ y ਇਕੁਅਲ ਟੂ ਨੈਗੇਟਿਵ ਕੇ ਹੋ ਜੂਗੀ। ਮੀਨਸ ਅਗਰ ਤੁਸੀਂ ਇਕੁਏਸ਼ਨ ਕੱਢਣਾ ਚਾਹ ਰਹੇ ਹੋ ਐਕਸ ਐਕਸਿਸ ਦੀ, ਤਾਂ y ਇਜ਼ ਇਕੁਅਲ ਟੂ 0 ਹੈ, ਡਾਇਰੈਕਟਲੀ ਯਾਦ ਰੱਖਣਾ। ਅਤੇ ਜੇ ਉਹਦੇ ਪੈਰਲਲ ਕੋਈ ਲਾਈਨ ਚੱਲ ਰਹੀ ਹੈ ਤਾਂ ਦੇਖ ਲੈਣਾ, ਜੇ ਉੱਪਰ ਹੈ ਤਾਂ ਪੋਜ਼ੀਟਿਵ 'ਚ ਆ ਜੂਗੀ, ਮਤਲਬ ਇਹ y ਇਕੁਅਲ ਟੂ h ਪੋਜ਼ੀਟਿਵ ਹੈ, ਉਹ ਨੈਗੇਟਿਵ 'ਚ ਆ ਜੂ। ਸਿਮਿਲਰਲੀ ਤੁਸੀਂ ਆਹ ਕਹਿ ਰਹੇ ਹੋ x ਇਕੁਅਲ ਟੂ 0, ਜੇ x ਇਕੁਅਲ ਟੂ a ਆ ਜੇ, ਇਹ ਇੱਧਰ ਨੂੰ ਗਿਆ ਪੋਜ਼ੀਟਿਵ ਹੈ ਨਾ, ਤਾਂ x ਇਕੁਅਲ ਟੂ a ਹੋਗੀ ਐਨੀ ਲਾਈਨ ਪੈਰਲਲ ਟੂ y ਐਕਸਿਸ। ਠੀਕ ਹੈ ਜੀ, ਸੋ ਆ ਵੀ ਜਿਹੜੀ ਹੈ ਮੰਨ ਲਓ ਇਹ ਨੈਗੇਟਿਵ ਵੀ ਆ ਗਿਆ, ਤਾਂ x ਇਜ਼ ਇਕੁਅਲ ਟੂ ਨੈਗੇਟਿਵ ਵੀ ਐਨੀ ਲਾਈਨ ਪੈਰਲਲ ਟੂ y ਐਕਸਿਸ। ਤੋ ਮਤਲਬ ਕੁੱਲ ਮਿਲਾ ਕੇ ਇਹ ਹੋਇਆ ਬਈ ਜੇ ਤੁਸੀਂ ਇਹਨਾਂ ਨੂੰ ਇਕੁਏਸ਼ਨ ਨੂੰ ਫਾਈਂਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਜੇ ਮੈਂ ਤੁਹਾਨੂੰ ਫਟਾਫਟ ਕੁਐਸਚਨ ਪੁੱਛਾਂ ਬਈ ਦੇਖੋ ਜੀ ਤੁਹਾਡੇ ਕੋਲ, ਜੇ ਆਪਾਂ ਇੱਥੋਂ ਹੀ ਚੱਲੀਏ ਦੁਬਾਰਾ, ਮੈਂ ਤੁਹਾਨੂੰ ਪੁੱਛਾਂ ਕਿਸੇ ਲਾਈਨ ਦਾ ਇੰਟਰਸੈਪਟ ਕੀ ਹੈਗਾ ਤੁਹਾਡੇ ਕੋਲ, ਜੇ ਤੁਹਾਡੇ ਕੋਲ ਡਰਾ ਹੋਈ ਹੈ ਤੁਸੀਂ ਦੇਖ ਕੇ ਦੱਸ ਦੇਣਾ ਵੀ ਜੇ ਮੈਂ ਇਹਦੀ ਵੈਲਿਊ 3 ਹੋ ਸਕਦੀ, ਇਹਦੀ 2 ਹੋ ਸਕਦੀ, ਇਹ ਨੈਗੇਟਿਵ ਇਹ ਹੋਊਗਾ, ਪੱਕੀ ਗੱਲ ਹੈ। ਮਤਲਬ ਇਹ ਲਿਖਿਆ ਇਹਦੀ ਵੈਲਿਊ ਨੈਗੇਟਿਵ 'ਚ ਹੋਏਗੀ, B ਪੋਜ਼ੀਟਿਵ ਵੀ ਹੋਏਗਾ, ਇੰਟਰਸੈਪਟ ਵਾਈ ਐਕਸਿਸ 'ਤੇ ਵੀ ਨੈਗੇਟਿਵ 'ਚ ਹੋ ਸਕਦਾ, ਮਤਲਬ ਐਵੇਂ ਵੀ ਤਾਂ ਆਪਾਂ ਬਣਾ ਹੀ ਸਕਦੇ ਹਾਂ ਤੁਹਾਡੇ ਕੋਲ। ਸੋ ਇਹ ਨੈਗੇਟਿਵ ਚਲਾ ਗਿਆ, B ਇਹ ਪੋਜ਼ੀਟਿਵ 'ਚ ਆ ਗਿਆ। ਤਾਂ ਕਿਸੇ ਵੀ ਹਾਲਾਤ 'ਚ ਇੰਟਰਸੈਪਟ ਦਾ ਮਤਲਬ ਹੁੰਦਾ ਹੈਗਾ ਐਕਸ ਐਕਸਿਸ 'ਤੇ ਜਾਂ ਵਾਈ ਐਕਸਿਸ 'ਤੇ ਕੱਟਿਆ ਗਿਆ ਡਿਸਟੈਂਸ, ਐਕਸ ਐਕਸਿਸ 'ਤੇ ਜਾਂ ਵਾਈ ਐਕਸਿਸ 'ਤੇ ਕੱਟਿਆ ਗਿਆ ਡਿਸਟੈਂਸ, ਉਸ ਕੱਟੇ ਗਏ ਡਿਸਟੈਂਸ ਨੂੰ ਆਪਾਂ ਇੰਟਰਸੈਪਟ ਬੋਲਦੇ ਹਾਂ। ਸੋ ਮੇਰੇ ਖਿਆਲ ਇੰਟਰਸੈਪਟ ਦਾ ਕਨਸੈਪਟ ਤੁਹਾਨੂੰ ਸਮਝ ਆ ਗਿਆ ਸਾਰਿਆਂ ਨੂੰ। ਉਸ ਤੋਂ ਬਾਅਦ ਇੰਟਰਸੈਪਟ ਦੇ ਕਨਸੈਪਟ ਤੋਂ ਬਾਅਦ ਆਪਾਂ ਜਿਹੜਾ ਹੈਗਾ ਤੁਹਾਡੇ ਕੋਲ, ਠੀਕ ਹੈ, ਅਗਰ ਗੱਲ ਕਰੀਏ ਆਪਾਂ ਤੁਹਾਡੇ ਕੋਲ, ਠੀਕ ਹੈ, ਅਤੇ y ਇਜ਼ ਇਕੁਅਲ ਟੂ 0 ਐਕਸ ਐਕਸਿਸ ਹੁੰਦੀ ਹੈ, x ਇਕੁਅਲ ਟੂ 0 y ਐਕਸਿਸ ਹੁੰਦੀ ਹੈ। ਸੋ ਇਹਦੇ ਪੈਰਲਲ ਜਿਹੜਾ ਹੈਗਾ ਤੁਹਾਡੇ ਕੋਲ,
ठीक है, y इज इक्वल टू 0 ਤੁਹਾਡੇ ਕੋਲ, ठीक है। ਤਾਂ ਜੇ ਇਹਦੇ ਪੈਰਲਲ ਚੱਲਣਾ ਤਾਂ y ਇਜ਼ ਇਕੁਅਲ ਟੂ ਉੱਪਰ ਨੂੰ ਹਾਈਟ ਹੈ ਕਿ ਨੀਚੇ ਨੂੰ ਹਾਈਟ ਹੈ, ਮਤਲਬ ਐਵੇਂ y ਦੇ ਪੈਰਲਲ ਚੱਲੀ ਜਾਇਓ, x ਐਕਸਿਸ ਦੀ ਹੈ, x ਐਕਸਿਸ ਦੇ ਪੈਰਲਲ ਜਾਓਗੇ ਤਾਂ y ਇਕੁਅਲ ਟੂ ਸਮਥਿੰਗ ਇਕੁਏਸ਼ਨ ਆਏਗੀ ਤੁਹਾਡੇ ਕੋਲ, ਠੀਕ ਹੈ ਜੀ। ਤਾਂ ਜਿਹੜਾ ਹੈਗਾ ਤੁਹਾਡੇ ਕੋਲ अगर वाई एक्सिस के पैरेलल चलांगे तो इस तरह करके चलांगे, क्योंकि वाई एक्सिस की इक्वेशन एक्स इक्वल टू 0 होंगी है। जे इस तरफ चले तो ए रह जाएगी, इस तरफ चले तो नैगेटिव बी अपने कोल हो जाएगी तुहाडे कोल, ठीक है जी। हुण आपां अगर इंटरसैप्ट फॉर्म विच लाइन की इक्वेशन कड्ढनी होवे तो वो किस तरह के हालात होणगे तुहाडे कोल, हुण बड़े ध्यान नाल समझना तुहाडे कोल, ठीक है। क्योंकि आपां जिहड़ा पहला हैडिंग पाया सीगा तुहाडे कोल वो साडा सीगा स्लोप इंटरसैप्ट फॉर्म ऑफ लाइन। अच्छा, जे तुहानूं ये लाइनां याद रहिंदियां तो ठीक है, अदरवाइज बन हरेक तरीके नाल जांदियां। मतलब जे मैं तुहानूं स्लोप इंटरसैप्ट फॉर्म ऑफ लाइन, ठीक है जी। सो आपां की कीता, एक लाइन लै ली जिहदी स्लोप वाई एक्सिस इंटरसैप्ट वाई एक्सिस ते सी है, ठीक है जी। सो ਇਹਦਾ इंटरसैप्ट वाई डेफिनेटली एक्स एक्सिस ਤੇ भी इंटरसैप्ट हैगा, पर यह सिर्फ एक इंटरसैप्ट की फॉर्म च इक्वेशन लैनी है आपने, तुहाडे कोल दो इंटरसैप्ट की फॉर्म चक के लवांगे जाके। स्लोप इंटरसैप्ट ऑफ फॉर्म ऑफ लाइन, अपन एक लाइन लई जी तुहाडे कोल, वो जिहड़ी हैगी है तुहाडे कोल ए एक्स एक्सिस नाल थीटा एंगल बनाती है, थीटा जिथे मर्जी बने थीटा, थीटा जिथे मर्जी बने, तो जिहड़ा अपना स्लोप होगी, स्लोप का मतलब होगा टैन थीटा, ठीक है जी। हुण अगर आप टैन थीटे की गल करिए तुहाडे कोल, ठीक है। सो अगर आ लाइन आप उपर लै गए, ध्यान नाल सुनना कि मैं की कह रहा वा, और आपने क्या करना है तुहाडे कोल, ठीक है। आ लाइन इत्थे इहनूं कट रही है किसी पॉइंट ते, एक पॉइंट इस लाइन के उत्ते लै लिया आप, कोई जनरल पॉइंट लै लिया पी एक्स कॉमा वाई, ठीक है जी। इत्थे अपने कोल आ गया। सो जे मैं इस पॉइंट नूं नीचे लैके चलना तो तुहानूं पक्की पता लगूगा बई ए ओरिजन तो ओरिजन 0 0 है, एक्स इस तरफ है, वाई इहदी हाइट है। जे आप आ चीज़ इनू ज्वाइन कर दिए तुहाडे कोल, ठीक है, तो तुहानूं पता लग जाएगा कि आ सारी चीज़ इनू तो बाहर रखो, ये सारी वाई सी ना, इनू बाहर रख लो, तो तुहानूं ये पता है कि जे सारी वाई सी तो सी छड्ड गया इत्थों, ये वाई माइनस सी है। तुसीं ये देखोगे ये थोड़ी एक्स ही है, थोनों पता है कोरसपोंडिंग एंगल करके थीटा ऊपर आ जाता है, ये चीज़ थोनों पता है सारिਆਂ ਨੂੰ, ठीक है। तो यदा मतलब जे तुसीं टैन थीटे की वैल्यू लओगे तो टैन थीटे की वैल्यू जिहड़ी हुंदी है वो वाई सी नीचे एक्स रहूगा, इनू तुसीं एम कहने हो। सो यदा मतलब एम एक्स इज इक्वल टू वाई माइनस सी रहूगा, वाई इज इक्वल टू एम एक्स प्लस सी। तो आ वाली जिहड़ी लाइन है इनू स्लोप इंटरसैप्ट फॉर्म कहने आप लाइन दी, और जदों वैन वाई इंटरसैप्ट इज गिवन दिता, इत्थे एक्स इंटरसैप्ट भी यूज़ हो सकता है, हजे अगे जाओगे लाइन दी बहुत फॉर्म आनी है, दोनों इंटरसैप्ट भी यूज़ करांगे, पर जो मैंडेटरी है, जो सानू लगे भी साडी बुक च दिता होया वो तुहाडे कोल आए। हुण अगर मैं इस लाइन नू नीचे ले आई जावां, अगर मेरा सी रिड्यूसिस टू 0 हो जाए, ये एवें आ गई सी घट गया, ये एवें आ गई सी घट गया, तो अगर मेरा सी रिड्यूसिस टू 0 हो जाए तो सिर्फ वाई इज इक्वल टू एम एक्स बन जाती है। और जे तुसीं वाई इज इक्वल टू एम एक्स लाइन लैनी होवे ना, वो वाई इज इक्वल टू एम एक्स लाइन वो आ होएगी, इस लाइन का नाम है वाई इज इक्वल टू एम एक्स। ठीक हो गया जी। सो ये तुहाडे कोल जिहड़ा हैगा है वाई इज इक्वल टू एम एक्स जिहड़ा हैगा तुहाडे कोल ये हैगा है, ठीक है। सो जिहड़ा है तुहाडे कोल ये अपने कोल आ गया वाई अप्रोचिस टू 0, वाई इज इक्वल टू एम एक्स। तो मतलब किस तरह के क्वेश्चन ये सॉल्व होणगे, मतलब ये एक चीज़ जरूर रखियो कि तुसी ऑलरेडी स्कूल की होवे या तुसी कहो मैं जी तुहाडे पास तुहानूं पहला आंदी होवे, क्योंकि हो सकता है किसी ने स्कूल कर ली होवे, तो बंदा कहे नहीं सर मेरे को होर तरीके नाल लाइन बन जाती है, तो मैं बिल्कुल कह रहा होर तरीके नाल लाइन बन जाती है, होर तरीके नाल यही आंसर आ जाऊगा, ठीक है। वो इंटरसैप्ट आ यूज़ हो जाता, आ यूज़ हो जाता, आ जाती है 2 पॉइंट इंटरसैप्ट फॉर्म होती है,
ਬਟ ਆਪਾਂ ਨੂੰ ਹਰ ਇੱਕ ਫਾਰਮ ਬਾਰੇ ਪਤਾ ਹੋਵੇ, ਇਸ ਕਰਕੇ ਆਉਣੀ ਜ਼ਰੂਰੀ ਹੈ। ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਨੂੰ ਹੁਣ ਪਤਾ ਲੱਗ ਗਿਆ। ਹੁਣ ਆਪਾਂ ਤੁਹਾਡੀ ਇਸ ਲੈਕਚਰ ਵਿੱਚ ਤੁਹਾਡੀ ਨੌਲੇਜ ਦੇ ਵਿੱਚ ਕੀ ਐਡ ਕੀਤਾ ਹੈ। ਇਸ ਲੈਕਚਰ ਦੇ ਵਿੱਚ ਆਪਾਂ ਨੇ ਇਹ ਐਡ ਕੀਤਾ ਹੈਗਾ ਤੁਹਾਡੇ ਕੋਲ ਬਈ ਤੁਹਾਨੂੰ ਹੁਣ ਸਲੋਪ ਦੀ ਫਾਰਮ ਪਤਾ ਲੱਗ ਗਈ, ਸਲੋਪ ਇੰਟਰਸੈਪਟ ਫਾਰਮ। ਹੁਣ ਤੁਸੀਂ ਦੇਖੋ ਕੁਐਸਚਨ ਕੀ ਹੈ। ਫਾਈਂਡ ਦਾ ਇਕੁਏਸ਼ਨ ਆਫ ਲਾਈਨ ਹੈਵਿੰਗ ਸਲੋਪ। ਹੁਣ ਤੁਹਾਨੂੰ ਕੁਐਸਚਨ ਵਿੱਚ ਨਾ ਸਲੋਪ ਦਿੱਤੀ ਹੋਈ ਹੈ, ਹੈਵਿੰਗ ਸਲੋਪ -1 एंड कट ऑफ इंटरसेप्ट y यूनिट ऑन नेगेटिव y एक्सिस, है ना। तो y इंटरसेप्ट गिवन है, y इंटरसेप्ट गिवन है। इस क्वेश्चन का अल्टरनेट श्योरली थोनों जिहड़ा हैगा वो अगली बार देवांगे जब तुसी डबल इंटरसेप्ट पढ़ लोगे। तो आपां नूं पता है जिहड़ी स्लोप इंटरसेप्ट फॉर्म हुंदी है वो आ हुंदी है, और जिहड़ा वाई हुंदा है उहदे विच उहनूं आपां इंटरसेप्ट ऑन हुणे तुहानूं बना के दिखाया, इंटरसेप्ट ऑन वाई एक्सिस हुंदा है। ठीक है, उन्हें की किया वाई इज इक्वल टू एम कौन है -1 एक्स प्लस उन्हें किया 4 यूनिट है बट नेगेटिव एक्स एक्सिस ते है। तो 4 यूनिट है नेगेटिव ते सी दी वैल्यू -4 हो जू। सो आंसर आ गया -4। सो ये वाला थोड़ा आंसर आ गया y इज इक्वल टू, ठीक है, तो जोड़ा है नैगेटिव। सो जे तुम इसनों इधर ले आओगे वैसे तो उम्मीद ठीक है, y + x + 4 इज इक्वल टू 0। तो ये थोड़ा क्वेश्चन आ गया, ठीक हो गया जी। सो मेरा ख्याल है जी थोड़े पास जोड़ा है को ये वाली चीज़ सुन, ठीक है। सो अगले वाला क्या है, तो अगला क्वेश्चन की है, अगला क्वेश्चन जोड़ा है फाइंड द इक्वेशन ऑफ लाइन विच है y इंटरसेप्ट दिस एंड परपेंडिकुलर टू। अगर y इंटरसेप्ट गिवन होवे तो थोड़ा फार्मूला की है, ठीक है। इनू असी की कहने y इंटरसेप्ट, इनू असी की कहने स्लोप। दो ही चीज़ां ने, एक नू असी y इंटरसेप्ट कहने, एक नू आपां कहने स्लोप। और y इंटरसेप्ट अपने क्वेश्चन 4 दिता है। इसका मतलब असी सिर्फ स्लोप फाइंड करनी हैगी है तुहाडे कोल, ठीक है जी। सो असी जिहड़ा हैगा स्लोप फाइंड करनी है। वो कहंदा जिहड़ी तुहाडी गिवन लाइन है ना इस परपेंडिकुलर टू दिस, थोड़ी लाइन इस ते परपेंडिकुलर है, थोड़ी लाइन इस ते परपेंडिकुलर है। सो जे मैं देखा तुहाडे पास, ठीक है, थोड़ी लाइन उहदे परपेंडिकुलर है तो आप आ वाली सिचुएशन नूं मॉडिफाई करिए तुहाडे कोल जिहड़ा हैगा भी किद्दां समझ आऊगी तुहाडे कोल, ठीक है। तो अगर मैं मेरे पॉइंट ने 2,3, सो 2,3 है, सॉरी -3 है, 4,2 है, 4,2 है। तो जी मैं रफली लेना हो, रफली कोई एक इमेजिनेशन से सिचुएशन लेके जाने 1 2, ठीक है, x 1 2 y -3 1 2 3। सो 2, -3 एक लाइन था, एक पॉइंट आए, दूसरा है 4,2 3 4, ठीक है, 1 2। सो ये 4,2, ठीक है। तो जी लाइन है ना ये चो पास करती है, ठीक है। लो ये बना लें, ये नहीं लभनी, ये नहीं लभनी। सो इस चो तो पास करती है। आ रही कोई क्वेश्चन कहना फाइंड द इक्वेशन y इंटरसेप्ट 4 जिहदा y इंटरसेप्ट 4 है एंड परपेंडिकुलर टू लाइन दिस। थोड़ी जिहड़ी लाइन हैगी है तुहाडे कोल वो ना इस लाइन दे परपेंडिकुलर है, तो उहदा जिहड़ा है y इंटरसेप्ट जिहड़ा हैगा तुहाडे कोल वो 4 हैगा। हुण तुसीं देखो इहदे ते परपेंडिकुलर मैं भी हो सकदा, y इंटरसेप्ट मेरा 4 आ जाऊगा। मतलब मैनू नहीं पता कि इस सिचुएशन च क्योंकि मैं कड्ढी नहीं, मैं तो तुहानूं एक रफ आइडिया दे दियां बई जे थोड़ी गिवन लाइन इस तरह भी तो हो, जे इस तरह बनाओगे फिर पैरेलल चलूगी, परपेंडिकुलर तो चलनी नहीं। ਇਹਦਾ मतलब कुछ y इंटरसेप्ट आप इदा का कटांगे भी आ थोड़ा 90 डिग्री बन जाए, रफली है। तुसीं कल नूं कहो सर थोनों किवें पता जी ये परपेंडिकुलर तो इत्थे भी हो सकती है, इत्थे भी हो सकती है, इत्थे भी हो सकती है, बिल्कुल हो सकती है जी। मैं ये चीज़ पहले ही मान ली। मैं तो थोनों एक रफ सिचुएशन, क्योंकि अपना परपस है मैंटल कैपेबिलिटीज़ डिवेलप करना, भी किते भी हो सकती है।
ਸੋ ਜਿਹੜਾ ਹੈ ਵਾਈ ਐਕਸਿਸ ਤੇ ਇੰਟਰਸੈਪਟ ਖੈਰ ਉਹਨੇ ਪੋਜ਼ਿਟਿਵ ਕਿਹਾ ਤਾਂ ਆਪਾਂ ਬਣਾਣੀ ਉੱਦਾਂ ਕਿ ਪੋਜ਼ਿਟਿਵ ਇੰਟਰਸੈਪਟ ਹੀ ਕੱਟਿਆ ਜਾਵੇ। ਉਹ 4 ਮੇਰਾ ਕੱਟਿਆ ਗਿਆ, ਠੀਕ ਹੈ ਜੀ। ਤਾਂ ਤੁਹਾਡੀ ਲਾਈਨ ਤਾਂ ਆ ਹੈ ਨਾ, ਤੁਹਾਨੂੰ ਇਹਦੀ ਸਲੋਪ ਚਾਹੀਦੀ ਹੈ। ਇਹਦੀ ਸਲੋਪ ਤੁਸੀਂ ਕਹਿ ਲਓ m1, ਇਹਦੀ ਸਲੋਪ ਕਹਿ ਲਓ m2, ਠੀਕ ਹੈ। ਆ AB ਕਹਿ ਲਓ, ਠੀਕ ਹੈ। ਹੁਣ ਜਿਹੜਾ AB ਹੈ ਇਹਦਾ ਨਾਂ ਅਸੀਂ CD ਰੱਖ ਲੈਂਦੇ ਹਾਂ, CD। तो जी AB ਤੇ EB परपेंडिकुलर टू CD है ना, ਦਿੱਤਾ ਹੋਇਆ ਉਹਨੇ। ਤਾਂ ਫਿਰ ਇਹਨਾਂ ਦਾ ਮਤਲਬ ਇਹਨਾਂ ਦੋਨਾਂ ਦੀ ਸਲੋਪ ਦੀ ਪ੍ਰੋਡਕਟ -1 ਹੋਏਗੀ, ਠੀਕ ਹੈ ਜੀ। M1 ਆਪਾਂ ਫਾਈਂਡ ਕਰਨਾ ਹੈ, ਠੀਕ ਹੈ ਜੀ। M2 ਜਿਹੜਾ ਹੈਗਾ ਤੁਹਾਡੇ ਪਾਸ, M1 ਆਪਾਂ ਫਾਈਂਡ ਕਰਨਾ ਹੈਗਾ ਤੁਹਾਡੇ ਕੋਲ। ਤਾਂ M2 ਜਿਹੜਾ ਹੈਗਾ ਹੈ ਤੁਹਾਡੇ ਕੋਲ, ਉਹਦੀ ਵੈਲਿਊ ਆਪਾਂ ਨੂੰ ਮਿਲ ਜੂਗੀ ਕਿਵੇਂ, y2 - y1, 2 ਮਾਈਨਸ ਦਾ ਪਲੱਸ ਹੋ ਜੂ, y2 - y1 x2 - x1। ਸੋ ਇਹਦਾ ਮਤਲਬ ਇਹਦੀ ਵੈਲਿਊ ਆ ਗਈ 5, ਨੀਚੇ 2, ਸੋ ਇਹ -2/5 ਤੁਹਾਡੀ ਵੈਲਿਊ ਆ ਗਈ, ਠੀਕ ਹੋ ਗਿਆ ਜੀ। ਸੋ ਆਪਾਂ ਨੇ ਕਿਆ ਕੀਤਾ, ਤੁਹਾਡੇ ਪਾਸ ਆਪਾਂ ਨੂੰ ਜਿਹੜੀ ਹੈਗੀ ਹੈ ਤੁਹਾਡੇ ਕੋਲ ਵੈਲਿਊ ਮਿਲ ਗਈ। ਔਰ ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਹਾਨੂੰ ਬੜੇ ਠੀਕ ਠਾਕ ਢੰਗ ਨਾਲ ਸਮਝ ਆ ਗਈ ਹੋਏਗੀ ਕਿ ਦੋ ਲਾਈਨਾਂ ਨੇ ਉਹ ਆਪਸ 'ਚ ਪਰਪੈਂਡੀਕੂਲਰ ਨੇ। ਇੱਕ ਦੀ ਵਾਈ ਇੰਟਰਸੈਪਟ ਦਿੱਤੀ ਹੋਈ ਹੈ ਤੁਹਾਡੇ ਕੋਲ, ਠੀਕ ਹੈ। ਦੂਜੀ ਇਹਨਾਂ ਪੁਆਇੰਟਾਂ 'ਚੋਂ ਪਾਸ ਕਰਦੀ ਹੈ, y2 2 -3 5, x2 2 5/2 -2/5। ਸੋ ਸੌਰੀ ਉਰੇ m1 ਲਿਖ ਲਈਏ ਆਪਾਂ, ਠੀਕ ਹੈ। ਤਾਂ ਹੁਣ ਫਾਰਮੂਲਾ ਕੀ ਸੀਗਾ, y = mx + c, y = -2/5 + c/4 ਆ ਜਾਂਦਾ ਤੁਹਾਡਾ ਜਿਹੜਾ ਹੈਗਾ ਇਹ ਆਨਸਰ ਆ ਜਾਏਗਾ। ਸੋ ਕੁਐਸਚਨ ਨੂੰ ਧਿਆਨ ਨਾਲ ਚੈੱਕ ਕਰ ਲਓ ਜੀ, ਸਟੇਟਮੈਂਟ ਤੁਹਾਡੇ ਸਾਹਮਣੇ ਹੈਗੀ ਹੈ ਵੀ ਆਪਾਂ ਨੇ ਕੁਐਸਚਨ 'ਚ ਸੋਲਵ ਕੀ ਕੀਤਾ ਹੈਗਾ ਹੈ ਤੇ ਜਿਹੜਾ ਹੈਗਾ ਹੈ ਕਿਸ ਤਰ੍ਹਾਂ ਆਪਾਂ ਨੇ ਇਸ ਨੂੰ ਸੋਲਵ ਕੀਤਾ ਹੈਗਾ ਕਿ, ठीक है। क्वेश्चन दोबारा देख लो, आ रहा क्वेश्चन, फाइंड द इक्वेशन ऑफ लाइन y इंटरसेप्ट इज 4, ठीक है, एंड परपेंडिकुलर टू लाइन ज्वाइनिंग दिस। y इंटरसेप्ट ਉਹਦਾ 4 ਹੈ ਐਂਡ ਉਹ ਲਾਈਨ ਪਰਪੈਂਡੀਕੂਲਰ ਹੈ ਕਿਹਦੇ, ਇਹਨਾਂ ਦੇ। ਸੋ ਮਤਲਬ ਐਸੀ ਸਿਚੁਏਸ਼ਨ ਕੁਛ ਰਹੇਗੀ ਜਿਹਨੂੰ ਆਪਾਂ ਐਡਜਸਟ ਕਰਾਂਗੇ, ਠੀਕ ਹੈ ਜੀ। ਸੋ ਇਹਦਾ ਮਤਲਬ ਹੁਣ ਤੱਕ ਤੁਸੀਂ 3 ਲੈਕਚਰਸ ਦੇ ਵਿੱਚ ਕੀ ਸਿੱਖ ਗਏ, ਠੀਕ ਹੈ ਜੀ। ਜੇ ਆਪਾਂ ਇੱਕ ਛੋਟੀ ਜਿਹੀ ਲਿਸਟ ਬਣਾਈਏ ਤੁਹਾਡੇ ਪਾਸ ਵੀ ਜਿਹੜਾ ਹੈਗਾ ਹੈ, ਆਪਾਂ ਦੇਖੋ ਆਪਾਂ ਨੂੰ ਸਟਾਰਟ ਵਿੱਚ ਜਿਹੜਾ ਹੈਗਾ ਸਲੋਪ ਪਤਾ ਲੱਗ ਗਈ, ਕਿਉਂਕਿ ਮੈਂ ਤਾਂ ਬਾਰ-ਬਾਰ ਯਾਦ ਕਰਾ ਰਿਹਾ, ਜੇ ਕਿਸੇ ਨੂੰ ਨਹੀਂ ਯਾਦ ਹੈਗੀ ਤਾਂ ਉਸਨੇ ਦੁਬਾਰਾ। ਸਲੋਪ ਕੀ ਹੁੰਦਾ, ਪੋਜ਼ਿਟਿਵ ਡਾਇਰੈਕਸ਼ਨ ਨਾਲ x ਐਕਸਿਸ ਨਾਲ x, ਉਹਨੂੰ ਅਸੀਂ ਇਨਕਲੀਨੇਸ਼ਨ ਕਹਿੰਦੇ ਹਾਂ, ਠੀਕ ਹੈ। ਸਲੋਪ ਆ ਗਈ, ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਕਿ ਸਲੋਪ m = tan θ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਸਲੋਪ ਇੱਦਾਂ ਵੀ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਤੇ ਇਹ ਪੈਰਲਲ ਲਾਈਨਸ ਹੁੰਦੀਆਂ ਨੇ। ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਇਹ ਪਰਪੈਂਡੀਕੂਲਰ ਲਾਈਨਸ ਲਈ ਕੰਡੀਸ਼ਨ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਇਹ ਐਂਗਲ ਬਿਟਵੀਨ ਲਾਈਨਸ ਹੁੰਦਾ ਹੈਗਾ ਤੁਹਾਡੇ ਕੋਲ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਅਸੀਂ ਸਲੋਪ ਇੰਟਰਸੈਪਟ ਫਾਰਮ ਪੜ੍ਹ ਲਈ, ਕੱਲੇ ਇੰਟਰਸੈਪਟ ਪੜ੍ਹ ਲਏ। ਸੋ ਇਹ 3 ਲੈਕਚਰਸ ਨਾਲ ਕਾਫੀ ਕੁਝ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਬਾਰ-ਬਾਰ ਕਹਿ ਰਹੇ ਹਾਂ ਬਹੁਤ ਵਧੀਆ ਚੈਪਟਰ ਹੈ, ਜਿਉਂ-ਜਿਉਂ ਅੱਗੇ ਜਾਓਗੇ ਨਾ ਇੰਜੋਏ ਕਰੋਗੇ, ਠੀਕ ਹੈ ਜੀ। ਬਾਕੀ ਨੈਕਸਟ ਲੈਕਚਰ 'ਚ ਕਰਦੇ, ਥੈਂਕ ਯੂ।